ਜਿਹਾ ਪ੍ਰੋਬਲਮ ਆ ਰਿਹਾ ਵਾ ਕਾਫੀ ਜ਼ਿਆਦਾ ਲਾਈਵਾਂ ਤੇ ਕਿ ਜਿਹੜਾ ਨਾ ਅਸੀਂ ਵੀ ਅਗਰੈਸਿਵ ਹੋ ਜਾਂਦੇ ਆ। ਇਹ ਅਗਰੈਸਿਵ ਨਹੀਂ ਹੋਣਾ। ਸਭ ਨੇ ਤਾਂ ਇਹੀ ਫਰਮਾਇਆ ਵਾ ਕਿ ਅਗਰ ਜੇ ਤੁਸੀਂ ਅਗਰੈਸਿਵ ਹੋਣਾ ਵਾ ਤੇ ਫਿਰ ਤੁਸੀਂ ਛੱਡ ਦਿਓ। ਫਿਰ ਤੁਹਾਨੂੰ ਹਰ ਸਭ ਨੇ ਬਲਕਿ ਉਸ ਬੰਦੇ ਨੂੰ ਇਜਾਜ਼ਤ ਹੀ ਨਹੀਂ ਦਿੱਤੀ ਤਬਲੀਗ ਦੀ। ਸਭ ਕਹਿੰਦੇ ਨੇ ਕਿ ਮੇਰੇ ਵੱਲੋਂ ਉਹਨੂੰ ਇਜਾਜ਼ਤ ਨਹੀਂ ਆ ਕਿ ਉਹ ਤਬਲੀਗ ਕਰੇ, ਕਿਉਂਕਿ ਜਿਹਨੇ ਗਾਲੀ ਦਾ ਜਵਾਬ ਗਾਲੀ 'ਚ ਦੇਣਾ ਵਾ ਜਾਂ ਬਦਤਮੀਜ਼ੀ 'ਚ ਦੇਣਾ, ਉਹਨੂੰ ਸਾਹਿਬ ਨੇ ਇਜਾਜ਼ਤ ਨਹੀਂ ਦਿੱਤੀ ਹੋਈ। ਜੀ ਜੀ। ਤੇ ਉਹ ਬਾਕੀ ਹਰ ਇੱਕ ਦੀ ਆਪਣੀ ਇੰਡੀਵਿਜੂਅਲ ਮਰਜ਼ੀ ਆ ਕਿ ਉਹ ਜੋ ਮਰਜ਼ੀ ਕਰੇ, ਮਗਰ ਬੀਇੰਗ ਅਹਿਮਦੀ ਸਾਨੂੰ ਇਹਨਾਂ ਚੀਜ਼ਾਂ ਦਾ ਬਹੁਤ ਖਿਆਲ ਰੱਖਣਾ ਪਏਗਾ। ਬਾਬਾ ਜੀ ਉਹੀ ਗੱਲ ਕਰ ਰਹੇ ਆ ਨਾ ਕਿ ਅਗਰ ਤੁਸੀਂ ਬਰਦਾਸ਼ਤ ਨਹੀਂ ਕਰ ਸਕਦੇ ਨਾ ਥੱਲੇ ਲੈ ਜਾਓ। ਬਿਲਕੁਲ ਬਿਲਕੁਲ, ਗੱਲ ਖਤਮ। ਕਿਉਂਕਿ ਤੁਸੀਂ ਬਹਿ ਕੇ ਬਾਅਦ ਵਿੱਚ ਤੁਸੀਂ ਗਿਲਾ ਕਰਦੇ ਹੋ ਨਾ, ਤੁਹਾਡਾ ਗਿਲਾ ਨਹੀਂ ਬਣਦਾ। ਜੀ ਜੀ ਸਰ, ਉਹ ਜਿਹੜਾ ਹੁਣ ਮੁਬਸ਼ਰ ਹੈ ਨਾ ਮੌਲਵੀ, ਉਹਨੇ ਤੁਸੀਂ ਉਹਨੂੰ 10,000 ਵਾਰੀ ਵੀ ਲਾਈਵ ਤੇ ਲਵੋਗੇ ਨਾ ਜਾਂ ਉਹਦੇ ਨਾਲ ਗੱਲ ਕਰੋਗੇ ਨਾ ਜੀ, ਉਹਨੇ ਕੁਰਾਨ ਪਾਕ ਤੋਂ ਗੱਲ ਤੁਹਾਡੇ ਨਾਲ ਨਹੀਂ ਕਰਨੀ। ਨਾ ਉਹਨੇ ਕੁਰਾਨ ਪਾਕ ਤੋਂ ਗੱਲ ਕਰਨੀ ਹੈ, ਨਾ ਤੁਹਾਡੇ ਨਾਲ ਹਦੀਸ ਤੋਂ ਗੱਲ ਕਰਨੀ ਹੈ, ਨਾ ਉਹਨੇ ਆਪਣੀ ਕਿਸੇ ਕਿਤਾਬ ਤੋਂ ਤੁਹਾਡੇ ਨਾਲ ਗੱਲ ਕਰਨੀ ਹੈ। ਲੇਕਿਨ ਇੱਕ ਬਾਬਾ ਜੀ ਗੱਲ ਸੁਣੋ, ਕਿੱਡਾ ਵਧੀਆ ਕੰਮ ਹੋ ਗਿਆ। ਉਹ ਮੁਬਸ਼ਰ ਨੇ ਆ ਕੇ ਗੱਲ ਪੇਸ਼ ਕੀਤੀ, ਪ੍ਰੈਜ਼ੈਂਟ ਕੀਤੀ। ਹੁਸੈਨੀ ਸਾਹਿਬ ਇੱਕ ਨਿਊਟਰਲ ਬੰਦੇ ਨੇ ਉਹ ਚੀਜ਼ ਖੁਦ ਪੜ੍ਹੀ। ਜੀ ਹੋ ਗਿਆ ਨਾ। ਇਹਦੇ ਨਾਲ ਸਾਨੂੰ ਇਹ ਕਿੰਨਾ ਫਾਇਦਾ ਹੋ ਗਿਆ ਕਿ ਕਿੰਨੇ ਲੋਕਾਂ ਨੂੰ ਪਤਾ ਚੱਲ ਗਿਆ ਕਿ ਲਿਖਿਆ ਕੀ ਹੋਇਆ। ਜੀ ਬਿਲਕੁਲ ਬਿਲਕੁਲ ਠੀਕ ਹੈ। ਅਸੀਂ ਨਹੀਂ ਪੜਿਆ ਕਿ ਤਕਾਰਾ ਇਹ ਆ ਕਿ ਮੁਫਤੀ ਸਾਹਿਬ ਨੇ ਜਿਹੜੀ ਗੱਲ ਕਹੀ, ਮੁਫਤੀ ਸਾਹਿਬ ਨੇ 2-3 ਦਫਾ ਇਹਨਾਂ ਨੂੰ ਰੋਕਿਆ ਕਿ ਤੁਸੀਂ ਨਾ ਪੜੋ। ਮੁਫਤੀ ਸਾਹਿਬ ਦੇ ਨਾਲ ਵੀ ਥੋੜਾ ਜਿਹਾ ਜ਼ਿਆਦਤੀ, 4-5 ਆਦਮੀ ਯਕਦਮ ਉਹਨਾਂ ਦੇ ਨਾਲ ਮੁਖਾਤਬ ਹੋਏ ਤੇ ਉਹ ਕਹਿਣ ਲੱਗੇ ਵੀ ਸਾਰੇ ਮੈਨੂੰ ਨਾ ਪੈ ਜਾਓ। ਤੇ ਇਹ ਠੀਕ ਹੈ, ਅਖਲਾਕੀ ਤਕਾਜ਼ਾ ਇਹ ਹੈ ਅਗਰ ਤੁਹਾਡੀ ਤਾਦਾਦ ਜ਼ਿਆਦਾ ਹੈ ਔਰ ਕੋਈ ਇੱਕ ਆਦਮੀ ਤੁਹਾਡਾ ਮੁਖਾਲਫ ਹੈ, ਉਹਦੇ ਨਾਲ ਤੁਸੀਂ ਗੁਫ਼ਤਗੂ ਕਰਦੇ ਹੋ ਤੇ ਫਿਰ ਜਾਂ ਤੇ ਤੁਹਾਡੇ ਚੋਂ ਏਕਾ ਕਰ ਲਓ, ਕੋਈ ਇੱਕ ਆਦਮੀ ਗੱਲ ਕਰੇ, ਇੱਕ ਬੰਦਾ ਗੱਲ ਕਰੇ। ਸੋਰੀ ਸਾਡੀ ਸਾਹਿਬ, ਮੈਂ ਤੁਹਾਡੇ ਨਾਲ ਮੈਂ ਗੱਲ ਕਰਨਾ ਕਿ ਅਸੀਂ ਜਦੋਂ ਗੈਰ ਜਮਾਤ ਦੀ ਬਰਾੜ ਤੇ ਜਾਂਦੇ ਆ ਨਾ, ਜੀ ਜੀ, ਉਹ ਵੀ ਸੇਮ ਇਹੀ ਕੰਮ ਕਰਦੇ ਨੇ ਕਿ ਉਹ ਜਦੋਂ ਅਗਰ ਉਹ ਗਲਤ ਕਰਦੇ ਨੇ ਤੇ ਉਹ ਤੁਹਾਨੂੰ ਇਹ ਜਵਾਬ ਨਹੀਂ ਮੁਹੱਈਆ ਕਰਦੇ ਕਿ ਤੁਸੀਂ ਇਸ ਤਰ੍ਹਾਂ। ਅਸਲ ਵਿੱਚ ਜਿਹੜੀ ਅਖਲਾਕੀ ਤਕਾਜ਼ਾ ਹੁੰਦਾ ਹੈ ਉਹ ਆਪਣੇ ਵਾਸਤੇ ਵੀ ਹੁੰਦਾ ਹੈ। ਅਸਲ ਵਿੱਚ ਬਿਲਕੁਲ ਬਿਲਕੁਲ ਅਸੀਂ ਆਪਣੀ ਇਸਲਾਹ ਖੁਦ ਵੀ ਕਰਨੀ। ਹੁਣ ਮੈਂ ਤੇ ਪੇਸ਼ ਤੁਹਾਡੀ ਮੌਜੂਦਗੀ 'ਚ ਮੈਂ ਆਪਣੀ ਇਸਲਾਹ ਚਾਹਨਾ ਕਿ ਤੁਸੀਂ ਮੈਨੂੰ ਅੱਛੀਆਂ ਗੱਲਾਂ ਦੱਸੋ ਤਾਂ ਕਿ ਮੇਰੀ ਤਰਬੀਅਤ ਹੋ ਜਾਏ। ਹੁਸੈਨੀ ਸਾਹਿਬ ਕੋਈ ਮੇਰੇ ਤੋਂ ਅਗਰ ਸਵਾਲ ਕਰਦਾ ਹੈ ਨਾ, ਗੱਲ ਅਗਰ ਕੋਈ ਮੇਰਾ ਮੁਖਾਲਫ ਹੈ ਨਾ, ਬਾਬਾ ਜੀ ਮੇਰੀ ਤਰਬੀਅਤ ਹੋ ਜਾਏ। ਹੁਸੈਨੀ ਸਾਹਿਬ ਕੋਈ ਇੱਕ ਮਿੰਟ ਮਾਈਕ ਬੰਦ ਕਰਿਓ ਜੀ ਜੀ। ਮੈਨੂੰ ਇੰਨਾ ਪਤਾ ਹੈ ਕਿ ਅਗਰ ਇੱਕ ਤਾਂ ਬੰਦਾ ਹੈ ਨਾ ਜਿਹਦੇ ਨਾਲ ਮੇਰੀ ਇਖਤਲਾਫ ਹੈਗਾ, ਮੁਖਾਲਫਤ ਹੈ, ਉਹਨੇ ਮੇਰੇ ਜਵਾਬ ਨਾਲ ਸੈਟੀਸਫਾਈ ਨਹੀਂ ਹੋਣਾ। ਠੀਕ ਹੋ ਗਿਆ। ਦੂਸਰੀ ਗੱਲ ਹੈ ਜੀ, ਮਾਈਕ ਮਿਊਟ ਕਰ ਦੇ ਆਪਣਾ, ਆਪਕੀ ਤਰਫ ਸੇ ਆਵਾਜ਼ ਡਬਲ ਹੋ ਰਹੀ। ਜਦੋਂ ਉਹਨੇ ਮੇਰੇ ਤੋਂ ਕੋਈ ਸਵਾਲ ਕਰ ਲਿਆ, ਜੀ ਜੀ, ਠੀਕ ਆ, ਮੈਂ ਉਹਨੂੰ ਇੱਕ ਜਵਾਬ ਦੇ ਦਿੱਤਾ, ਜੀ ਜੀ, ਠੀਕ ਹੈ। ਉਹ ਮੰਨੇ ਨਾ ਮੰਨੇ, ਉਹ ਗੋ ਟੂ ਹੈਲ, ਕੁਝ ਬਸ ਯਾਰ ਗੱਲ ਖਤਮ। ਬਸ ਮੈਂ ਤਾਂ ਦੱਸਣਾ ਸੀ, ਦੱਸਤਾ ਹੀ ਹੋਇਆ ਹੈ। ਇਹ ਗੱਲ ਤੇ ਬਾਅਦ ਚ ਹੋਏਗੀ। ਪਹਿਲੇ ਤੇ ਅਖਲਾਕੀ ਤਕਾਜ਼ਾ ਇਹ ਹੈ ਕਿ ਅਗਰ ਤੁਹਾਡੇ ਕੋਲ ਇੱਕ ਬੰਦਾ ਆਇਆ ਹੈ ਜਿਹੜਾ ਤੁਹਾਡਾ ਅਕੀਦਾ ਨਹੀਂ ਰੱਖਦਾ, ਤੁਹਾਡੇ ਅਕੀਦੇ ਦੇ ਖਿਲਾਫ ਹੈ, ਔਰ ਤੁਸੀਂ ਇੱਕ ਅਕੀਦੇ ਵਾਲੇ ਜ਼ਿਆਦਾ ਬੰਦੇ ਹੋ, ਤੇ ਤੁਸੀਂ ਅਗਰ ਸਾਰੇ ਬੋਲੋਗੇ ਤੇ ਉਹ ਇੱਕ ਕਿਸਮ ਦੀ ਹਰਾਸਮੈਂਟ ਹੋ ਜਾਏਗੀ ਔਰ ਬਦਖੁਲਕੀ ਹੋ ਜਾਏਗੀ। ਉਹਦੇ 'ਚ ਤੁਸੀਂ ਆਪਸ ਵਿੱਚ ਫੈਸਲਾ ਕਰ ਲਓ ਕਿ ਸਾਡੀ ਤਰਫੋਂ ਫਲਾਂ ਆਦਮੀ ਗੱਲ ਕਰੇਗਾ ਤੇ ਦੂ ਤੁਸੀਂ ਗੱਲ ਕਰ ਲਓ। ਦੂਸਰੀ ਗੱਲ ਇਹ ਹੈ ਕਿ ਗੁਫ਼ਤਾਰ ਦੇ ਵਿੱਚ ਅਗਰ ਤੁਸੀਂ ਸਮਝਦੇ ਹੋ ਕਿ ਦੂਸਰਾ ਆਦਮੀ ਕੋਈ ਗੰਦੀ ਗੱਲ ਕਰ ਰਿਹਾ ਹੈ ਜਿਹੜੀ ਐਸੀ ਹੈ ਜਿਹੜੀ ਜਵਾਬ ਦੇ ਕਾਬਿਲ ਨਹੀਂ, ਤੇ ਉਹਦਾ ਜਵਾਬ ਕੁਰਾਨ ਕਰੀਮ ਨੇ ਇਹੋ ਹੀ ਦਿੱਤਾ ਹੈ ਕਿ ਵਾਇਜ਼ਾ ਮਰਰੂ ਬਿਲਗਵੇ ਮਰਰੂ ਕਿਰਾਮਾ। ਉਸ ਵਕਤ ਤੁਸੀਂ ਬੁਰਾਈ ਤੋਂ ਇੱਜ਼ਤ ਦੇ ਤਰੀਕ ਨਾਲ ਅੱਗੇ ਲੰਘ ਜਾਓ, ਜਿਸ ਤਰ੍ਹਾਂ ਸੈਫੀ ਸਾਹਿਬ ਫਰਮਾਉਂਦੇ ਨੇ ਕਿ ਤੁਸੀਂ ਥੱਲੇ ਲੈ ਜਾਓ, ਚਲੇ ਜਾਓ ਉਸ ਜਗ੍ਹਾ ਤੋਂ ਦੂਰ। ਇਹੋ ਹੀ ਕੁਰਾਨ ਕਰੀਮ ਦੀ ਤਾਲੀਮ। ਬਸ ਇਤਨੀ ਗੱਲ ਹੀ ਹੈ ਸਰ ਜੀ। ਗੱਲ ਇਹੀ ਹੈ ਨਾ ਕਿ ਅਗਰ ਤੁਸੀਂ ਹੋਵੋਗੇ ਨਾ, ਮੈਂ ਇਹ ਨਹੀਂ ਕਹਿੰਦਾ, ਅਸੀਂ ਵੀ ਹੁਣ ਹਜ਼ੂਰ ਨੇ ਸਾਡੇ, ਅਸੀਂ ਵੀ ਮੰਨਿਆ, ਸਾਰਾ ਕੁਝ ਕੀਤਾ, ਮੇਰੇ ਵਜਕਿਆਂ ਨੇ ਮੰਨਿਆ, ਅਸੀਂ ਕਾਫੀ ਚੀਜ਼ਾਂ ਛੱਡ ਦਿੱਤੀਆਂ ਨੇ। ਠੀਕ ਹੈ। ਮੈਂ ਤੁਹਾਨੂੰ ਆਪਣਾ ਕੋਈ ਹਿਸਟਰੀ ਨਹੀਂ ਦੱਸਣਾ ਚਾਹੁੰਦਾ, ਨਹੀਂ ਤਾਂ ਲਾਈਕ ਐਵੇਂ ਹੀ ਸੀਗੇ, ਅਸੀਂ ਦੁਸ਼ਮਣਦਾਰ ਬੰਦੇ ਹੀ ਸੀਗੇ ਅਸੀਂ। ਜੀ ਜੀ, ਠੀਕ ਹੈ ਨਾ। ਮੇਰਾ ਤਾਇਆ ਕਤਲ ਹੋਇਆ, ਮੇਰੇ ਅੱਬੇ ਨੇ ਬੰਦੇ ਮਾਰੇ, ਮੈਂ ਤੁਹਾਨੂੰ ਹਕੀਕਤ ਦੱਸ ਰਿਹਾ ਗੱਲ। ਤੁਸੀਂ ਕਿਹੜੇ ਗੁਜਰ ਬਰਾਦਰੀ ਦੇ ਹੋ? ਨਹੀਂ ਅਸੀਂ ਜੱਟ ਬਰਾਦਰੀ ਦੇ ਆ, ਪਿੱਛੋਂ ਅਸੀਂ ਲਈਏ ਤੂੰ ਲਈਆ ਸਾਡਾ। ਅੱਛਾ, ਹਾਂ, ਠੀਕ ਠੀਕ। ਤੇ ਅੱਛਾ, ਤੇ ਅਸੀਂ ਕੀ ਕਹਿੰਦੇ ਆ, ਇਹ ਚੀਜ਼ਾਂ ਛੱਡਤੀਆਂ। ਮੈਂ ਇਹ ਕਹਿੰਦਾ ਜਦੋਂ ਤੁਸੀਂ ਐਵੇਂ ਦੀ ਗੰਦੀ ਜਗ੍ਹਾ ਤੇ ਬਵੋਗੇ, ਕੋਈ ਬੰਦਾ ਗੰਦੀ ਗੱਲ ਕਰੇਗਾ, ਇਹ ਹੋ ਹੀ ਨਹੀਂ ਸਕਦਾ ਕਿ ਤੁਸੀਂ ਉਹਦੇ ਗੱਲ ਨੂੰ ਨਾ ਪਵੋ। ਇਨਸਾਨ ਦੀ ਜਿਬਿਲਤ ਵਿੱਚ ਨਹੀਂ ਹੈ ਇਹ ਚੀਜ਼। ਠੀਕ ਹੈ ਨਾ। ਅਸੀਂ ਕੋਈ ਉਹ ਨਹੀਂ ਹੈਗੇ ਆ, ਅਸੀਂ ਇਨਸਾਨ ਆ, ਆਮ ਇਨਸਾਨ ਆ ਅਸੀਂ। ਠੀਕ ਹੈ। ਉਹਦਾ ਇਹੀ ਹੈ ਕਿ ਅਗਰ ਕੋਈ ਬੰਦਾ ਗਲਤ ਗੱਲ ਕਰਦਾ ਹੈ, ਉਹਨੂੰ ਸਲਾਮ ਕਰੋ, ਉਹਨੂੰ ਕਹੇ ਭਾਈ ਤੇਰਾ ਉਹ ਰਾਹ ਹੈ ਤੇ ਮੇਰਾ ਇਹ ਰਾਹ ਹੈ।
Yeah. ਗੱਲ ਖਤਮ, Yeah. ਫਿਨਿਸ਼। ਬਹਿ ਕੇ ਫਿਰ ਗੱਲਾਂ ਕਰਕੇ ਫਿਰ ਬਾਅਦ ਚ ਗਿਲਾ ਨਾ ਕਰੋ। ਹੁਸੈਨੀ ਸਾਹਿਬ ਨਾਲ ਗਿਲਾ ਨਹੀਂ ਬਣਦਾ, ਮੈਂ ਇਹ ਕਹਿਣਾ ਚਾਹੁੰਦਾ ਵਾ। ਬੜੀ ਮਿਹਰਬਾਨੀ ਹੈ ਯਾਰ, ਅੱਲਾਹ ਤਾਲਾ ਨੇ ਤੁਹਾਨੂੰ ਭੇਜਿਆ ਇੱਕ ਬੰਦੇ ਨੂੰ। ਬਹਰਹਾਲ ਮੈਂ ਤੇ ਮੈਂ ਨਾਲਾਇਕ ਤੇ ਹਾਂ। ਇਹ ਗੱਲ ਸੁਣ ਕੇ ਮੈਨੂੰ ਹੋਈ ਸੀ ਕਿ ਤੁਸੀਂ ਪੜ੍ਹ ਕੇ ਦੱਸਤਾ, ਖੁਦ ਪੜ੍ਹ ਕੇ ਤੁਸੀਂ ਦੱਸਤਾ ਨਾ, ਕਿਸੇ ਹੋਰ ਨੇ ਕੀ ਪੜ੍ਹਨਾ ਸੀ। ਜੀ ਮੈਂ ਤੇ ਇੱਕ ਨਿਊਟਰਲ ਆਦਮੀ ਦੇ ਤੌਰ ਤੇ ਜਿਹੜਾ ਉਹਨਾਂ ਨੇ ਇਸ਼ਾਰਾ ਕੀਤਾ, ਮੈਂ ਉਹ ਸਾਰਾ ਪੜ੍ਹਿਆ, ਮੈਨੂੰ ਵੀ ਪਤਾ ਨਹੀਂ ਹੈ। ਮੈਂ ਉਸੇ ਵਕਤ ਪੜ੍ਹ ਕੇ ਦੇਖਿਆ ਕਿ ਇਹਦੇ 'ਚ ਕੋਈ ਗੱਲ ਹੈ ਮੁਜਬੇ ਇਤਰਾਜ਼, ਤੇ ਮੈਂ ਕਿਹਾ ਇਹਦੇ 'ਚ ਕੋਈ ਗੱਲ ਐਸੀ ਹੈ ਨਹੀਂ। ਹਾਂ, ਤੇ ਉਹਦੇ 'ਚ ਬਾਕੀ ਉਹ ਕਰਦੇ ਰਹਿਣ ਇਤਰਾਜ਼, ਸਾਨੂੰ ਕੋਈ ਫਰਕ ਨਹੀਂ ਪੈਂਦਾ। ਦੇਖੋ ਜਿਹੜਾ ਰੱਬ ਦਾ, ਅਗਰ ਅਸੀਂ ਐਜ਼ ਐਨ ਅਹਿਮਦੀ, ਮੈਂ ਇਹ ਸਮਝਦਾ ਹੈ ਰੱਬ ਦਾ ਬੂਟਾ ਲਾਇਆ ਹੋਇਆ ਹੈ ਨਾ, ਮੈਂ ਅਹਿਮਦੀ ਐਜ਼ ਆ, ਮੇਰਾ ਈਮਾਨ ਹੈ, ਮੇਰਾ ਸਾਰਾ ਕੁਛ ਹੈ। ਜੋ ਕੁਝ ਉਹਨਾਂ ਨੇ ਦਾਅਵੇ ਕੀਤੇ ਨੇ, ਮੈਂ ਹਰ ਦਾਅਵੇ ਨੂੰ ਮੰਨਦਾ। ਦੀ ਗੱਲ ਹੈ ਨਾ, ਮੈਂ ਵੀ ਅਹਿਮਦੀਆਂ ਦੇ ਮੁਤਲਕ ਇਤਰਾਮ ਦੇ ਨਾਲ ਕਿਸੇ ਅਹਿਮਦੀ ਨੂੰ ਕੁਛ ਨਹੀਂ ਕਿਹਾ, ਬਲਕਿ ਬੜੇ ਮੈਂ ਉਹਨਾਂ ਦੇ ਨਾਲ ਮੁਅੱਜ਼ਜ਼ ਤਰੀਕੇ ਨਾਲ ਹੀ ਪੇਸ਼ ਆਇਆ। ਆਪਣੀ ਅਸੀਂ ਸੁਸਾਇਟੀ ਵਿੱਚ ਵੇਖਦੇ ਹਾਂ, ਅਸੀਂ ਰਹੇ ਹਾਂ। ਮੈਂ ਕਹਿੰਦਾ ਕਿ ਮੇਰੇ ਕਾਲਜ ਵਿੱਚ ਹਰ ਤਰ੍ਹਾਂ ਦੇ ਦੋਸਤ ਸਨ, ਸ਼ੀਆ ਸੁन्नी ਸਾਰੇ, ਲੇਕਿਨ ਮੈਂ ਅਹਿਮਦੀਆਂ ਲੜਕਿਆਂ ਵਗੈਰਾ ਲੜਕਾ ਨਹੀਂ ਵੇਖਿਆ ਅੱਜ ਤੱਕ। इतने अच्छे, इतने अखलाक वाले, ठीक है।